सत श्री अकाल दोस्तों। आज एक नवा चैप्टर शुरू करते हैं जी। अध्याय 9 गुप्त साम्राज्य, गुप्त पीरियड। देखो जी, ਵੱਡੇ ਵੱਡੇ ਸਾਮਰਾਜ ਕੁਝ ਹੋਏ ਆ। ਅਸੀਂ ਪਹਿਲਾਂ ਕਨਿਸ਼ਕ ਪੜ੍ਹਿਆ, ਉਸ ਤੋਂ ਪਹਿਲਾਂ ਮੌर्य ਸਾਮਰਾਜ ਪੜ੍ਹੇ। ਹੁਣ ਅੱਗੇ ਦੇਖੋ ਹੋਰ ਵੀ ਸਾਮਰਾਜ ਹੋਏ ਆ ਛੋਟੇ, ਪਰ ਮੇਨ ਜਿਹੜੇ ਆ ਕਨਿਸ਼ਕ ਤੋਂ ਬਾਅਦ ਹੈ ਜੀ ਗੁਪਤ ਸਾਮਰਾਜ। ਇਸ ਤੋਂ ਬਾਅਦ ਹਰਸ਼ਵਰਧਨ ਦਾ ਸਾਮਰਾਜ ਆਉਂਦਾ ਜੀ। ਉਸ ਤੋਂ ਬਾਅਦ ਰਾਜਪੂਤਾਂ ਦਾ, ਫਿਰ ਦਿੱਲੀ ਸਲਤਨਤ, ਫਿਰ ਮੁਗਲ ਤੇ ਫਿਰ ਅੰਗਰੇਜ਼। ਇਹ ਮੇਨ ਵੱਡੇ ਸਾਮਰਾਜ ਆ। ਗੁਪਤ ਸਾਮਰਾਜ ਪੜ੍ਹਦੇ ਆ ਜੀ, ਬਹੁਤ ਫੇਮਸ ਆ, ਬਹੁਤ ਇੰਪੋਰਟੈਂਟ ਵੀ ਆ। ਗੁਪਤ ਸਾਮਰਾਜ, ਇਹਨਾਂ ਬਾਰੇ ਸਾਨੂੰ ਕਿੱਥੋਂ ਜਾਣਕਾਰੀ ਮਿਲਦੀ ਆ? ਮੇਨ ਸਰੋਤ ਕੀ ਆ ਜੀ? ਗੁਪਤ ਕਾਲ ਦੇ ਇਤਿਹਾਸ ਨੂੰ ਪੁਨਰਗਠਨ ਕਰਨ ਲਈ ਬਹੁਤ ਸਾਰੀਆਂ ਸਰੋਤ ਸਮੱਗਰੀਆਂ ਹਨ। ਬਹੁਤ ਕੁਛ ਆ ਜੀ। ਸਾਹਿਤ ਲਿਖਿਆ ਗਿਆ, ਪੱਥਰਾਂ ਤੇ ਅੱਖਰ ਲਿਖੇ ਗਏ ਜੋੜੇ, ਜਿਹੜੇ ਸਿੱਕੇ ਵਗੈਰਾ, ਇਹ ਸਾਰੇ ਸਾਨੂੰ ਜਾਣਕਾਰੀ ਦਿੰਦੇ ਆ। ਇਹਨਾਂ ਵਿੱਚ ਸਾਹਿਤਕ ਰਚਨਾਵਾਂ, ਉਕਰੇ ਹੋਏ ਅੱਖਰ, ਪੱਥਰਾਂ ਤੇ ਸ਼ਿਲਾਲੇਖਾਂ ਤੇ ਜੋ ਕੁਛ ਲਿਖਿਆ ਗਿਆ, ਉਹਨਾਂ ਤੋਂ ਕਾਫੀ ਜਾਣਕਾਰੀ ਮਿਲਦੀ ਆ। ਕਿਉਂਕਿ ਹੁਣ ਤਾਂ ਜੀ ਬਹੁਤ ਕੁਝ ਕੰਮ ਹੋਣ ਲੱਗ ਗਿਆ ਸੀ। ਹੁਣ ਪਹਿਲਾਂ ਸੀਗਾ ਕਿ ਬਹੁਤ ਜ਼ਿਆਦਾ ਇੰਡਾਇਰੈਕਟਲੀ ਹਿਸਟਰੀ ਦੇਖਣੀ ਪੈਂਦੀ ਸੀ। ਹੁਣ ਕੀ ਆ, ਹੁਣ ਹਿਸਟਰੀ ਵੀ ਕਾਫੀ ਰਚਨਾਵਾਂ ਲਿਖੀਆਂ ਜਾਣ ਗਈਆਂ, ਸਾਹਿਤਕ ਰਚਨਾਵਾਂ, ਉਹਨਾਂ ਤੋਂ ਪਤਾ ਲੱਗ ਜਾਂਦਾ ਜੋ ਉਹਨਾਂ ਨੇ ਆਪ ਲਿਖਿਆ ਆ ਜੀ। ਉਕਰੇ ਹੋਏ ਅੱਖਰ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਇਲਾਹਾਬਾਦ ਪਿੱਲਰ ਤੇ, ਮਹਿਰੌਲੀ ਪਿੱਲਰ ਤੇ ਕਾਫੀ ਕੁਛ ਲਿਖਿਆ ਸੀ ਇਹਨਾਂ ਬਾਰੇ। ਤੇ ਸਿੱਕਿਆਂ ਤੇ ਕੀ ਲਿਖਿਆ ਗਿਆ, ਕੀ ਫੋਟੋਆਂ ਵੱਥੀਆਂ ਆ, ਉਹਨਾਂ ਤੋਂ ਵੀ ਕਾਫੀ ਕੁਛ ਪਤਾ ਲੱਗਦਾ। ਪੁਰਾਣ ਗੁਪਤ ਰਾਜਾਂ ਦੀ ਸ਼ਾਹੀ ਵੰਸ਼ਾਵਲੀ ਉੱਤੇ ਰੌਸ਼ਨੀ ਪਾਉਂਦੇ ਹਨ। ਪੁਰਾਣ ਵੀ ਹਿੰਦੂ ਮਾਈਥੋਲੋਜੀ ਦੇ ਲਿਟਰੇਚਰ ਆ। ਇਹਦੇ ਵਿੱਚ ਹੈ ਤਾਂ ਕਈ ਟੌਪਿਕ ਤੇ ਗੱਲਾਂ ਲਿਖੀਆਂ, ਪਰ ਮੇਨ ਹੁੰਦਾ ਇਹਨਾਂ ਦੇ ਆਪਣੇ ਦੇਵੀ ਦੇਵਤਿਆਂ ਬਾਰੇ ਗੱਲਾਂ ਲਿਖੀਆਂ। ਤੇ ਪੁਰਾਣਾਂ ਵਿੱਚ ਵੀ ਗੁਪਤ ਰਾਜਿਆਂ ਦੇ ਇਹਨਾਂ ਦੀ ਸ਼ਾਹੀ ਵੰਸ਼ਾਵਲੀ, ਮਤਲਬ ਹੈਰੀਡੇਟਰੀ, ਵੀ ਇੱਕ ਤੋਂ ਬਾਅਦ ਦੂਸਰੇ ਦਾ ਵੰਸ਼, ਦੂਸਰੇ ਤੋਂ ਤੀਸਰੇ ਦਾ, ਹਨਾ। ਇਸ ਤਰ੍ਹਾਂ ਕਿਸ ਤਰ੍ਹਾਂ ਇੱਕ ਵੰਸ਼ ਵਿੱਚ ਰਾਜਾ, ਫਿਰ ਉਹਦਾ ਪੁੱਤਰ, ਫਿਰ ਉਹਦਾ ਅੱਗੇ ਪੁੱਤਰ, ਇਸ ਤਰ੍ਹਾਂ ਰਾਜਾ ਬਣੇ, ਉਹਨਾਂ ਬਾਰੇ ਗੱਲਾਂ ਲਿਖੀਆਂ। ਸਮਕਾਲੀ ਸਾਹਿਤਕ ਰਚਨਾਵਾਂ ਜਿਵੇਂ ਵਿਸ਼ਾਖਦੱਤ ਦੁਆਰਾ ਲਿਖਿਆ ਗਿਆ ਦੇਵੀ ਚੰਦਰਗੁਪਤਮ ਅਤੇ ਮੁਦਰਾ ਰਾਕਸ਼ਸ। ਵਿਸ਼ਾਖਦੱਤ ਇੱਕ ਬਹੁਤ ਵੱਡੇ ਰਾਈਟਰ ਹੋਏ ਆ, ਉਹਨਾਂ ਨੇ ਲਿਖਿਆ ਜੀ ਉਸ ਸਮੇਂ। ਸਮਕਾਲੀ ਮਤਲਬ ਉਸ ਸਮੇਂ ਜੋ ਚੱਲ ਰਿਹਾ ਟਾਈਮ ਆ, ਗੁਪਤ ਕਾਲ ਦੇ ਵਿੱਚ ਹੀ ਵਿਸ਼ਾਖਦੱਤ ਨੇ ਦੇਵੀ ਚੰਦਰਗੁਪਤਮ, ਜਾਂ ਪੰਜਾਬੀ 'ਚ ਕਹਿ ਲਈਏ ਦੇਵੀ ਚੰਦਰਗੁਪਤ ਤੇ ਮੁਦਰਾ ਰਾਕਸ਼ਸ। ਦੇਵੀ ਚੰਦਰਗੁਪਤ ਤੇ ਮੁਦਰਾ ਰਾਕਸ਼ਸ, ਇਹ ਦੋ ਵੱਡੇ ਕੀ ਆ, ਨਾਵਲ ਟਾਈਪ ਲਿਖੀਆਂ ਸੀ ਗੱਲਾਂ। ਲਿਖਿਆ ਤਾਂ ਜੀ ਦੇਖਿਓ ਜੀ, ਉਸ ਵੇਲੇ ਜਿਹੜਾ ਲਿਟਰੇਚਰ ਆ ਨਾ, ਉਹ ਬੇਸਿਕਲੀ ਪੋਇਟਰੀ ਫਾਰਮ ਵਿੱਚ ਹੀ ਲਿਖਿਆ ਜਾਂਦਾ ਸੀ। ਗਦ ਲਿਟਰੇਚਰ, ਵਾਰਤਕ ਲਿਟਰੇਚਰ ਬਹੁਤ ਸਮੇਂ ਬਾਅਦ ਜਾ ਕੇ ਲਿਖਿਆ ਜਾਣਾ ਲੱਗਿਆ। ਪਹਿਲਾਂ ਕਵਿਤਾ ਫਾਰਮ ਵਿੱਚ ਹੀ ਗੱਲਾਂ ਲਿਖੀਆਂ ਜਾਂਦੀਆਂ ਸਨ। ਦੇਵੀ ਚੰਦਰਗੁਪਤ ਅਤੇ ਮੁਦਰਾ ਰਾਕਸ਼ਸ ਕਿਹਨੇ ਲਿਖਿਆ ਸੀ? ਵਿਸ਼ਾਖਦੱਤ ਨੇ। ਇਹ ਗੁਪਤਾਂ ਦੇ ਉਹਦੇ ਹੋਣ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਰਚਨਾਵਾਂ। ਇਹ ਪ੍ਰਸ਼ਨ ਆ ਜਾਣਾ ਕਿ ਵਿਸ਼ਾਖਦੱਤ ਦੁਆਰਾ ਲਿਖਿਆ ਗਿਆ ਦੇਵੀ ਚੰਦਰਗੁਪਤ ਤੇ ਮੁਦਰਾ ਰਾਕਸ਼ਸ, ਤੇ ਇਹ ਕਿਹਨਾਂ ਬਾਰੇ ਜਾਣਕਾਰੀ ਦਿੰਦੇ ਆ? ਇਹ ਦਿੰਦੇ ਆ ਜੀ ਗੁਪਤਾਂ ਬਾਰੇ, ਗੁਪਤ ਰਾਜ ਬਾਰੇ। ਚੀਨੀ ਯਾਤਰੀ ਫਾਹੀਨ ਜਿਸਨੇ ਚੰਦਰਗੁਪਤ ਦੂਜੇ ਦੇ ਦੌਰਾਨ, ਚੰਦਰਗੁਪਤ ਸੈਕੰਡ, ਇਹ ਕਦੋਂ ਭਾਰਤ ਆਇਆ ਸੀ? ਗੁਪਤ ਕਾਲ ਦੇ ਦੌਰਾਨ, ਚੰਦਰਗੁਪਤ 2 ਦੇ ਟਾਈਮ ਪੀਰੀਅਡ ਦੌਰਾਨ, ਦੂਜੇ ਦੇ ਰਾਜ ਦੌਰਾਨ ਭਾਰਤ ਦਾ ਦੌਰਾ ਕੀਤਾ ਸੀ। ਉਸਨੇ ਵੀ ਗੁਪਤ ਸਾਮਰਾਜ ਦੀਆਂ ਸਮਾਜਿਕ, ਆਰਥਿਕ ਅਤੇ ਧਾਰਮਿਕ ਸਥਿਤੀਆਂ ਦਾ ਇੱਕ ਵੱਡਮੁੱਲਾ ਬਿਰਤਾਂਤ ਦਿੱਤਾ ਹੈ। ਦੇਖੋ ਜੀ, ਬੌਧ ਧਰਮ ਕਰਕੇ ਨਾ ਜਿਹੜਾ ਆਪਣਾ ਚੀਨ ਦੇਸ਼ ਆ, ਹੋਰ ਦੇਸ਼ ਆ, ਉਹਨਾਂ ਦਾ ਕਾਫੀ ਆਕਰਸ਼ਣ ਰਿਹਾ ਭਾਰਤ ਵੱਲ। ਤੇ ਬੁੱਧ ਧਰਮ ਦੀ ਸਟੱਡੀ ਲਈ, ਹੋਰ ਚੀਜ਼ਾਂ ਦੀ ਸਟੱਡੀ ਲਈ ਵੀ ਯਾਤਰੀ ਟਾਈਮ ਟੂ ਟਾਈਮ ਉੱਧਰੋਂ ਇੱਧਰ ਆਏ। ਉਹਨਾਂ ਵਿੱਚ 2 ਫੇਮਸ ਯਾਤਰੀ ਹੈ ਜੀ, ਫਾਹੀਨ ਤੇ ਹਿਊਸੈਂਗ। ਠੀਕ ਹੈ ਜੀ, ਦੇਖੋ ਐਫ ਤੋਂ ਹੋ ਗਿਆ ਫਾਹੀਨ, ਐਫ ਤੋਂ ਹੋ ਗਿਆ ਫਾਹੀਨ, ਤੇ ਐਚ ਤੋਂ ਕੀ ਹੋ ਗਿਆ? ਹਿਊਸਾਂਗ। ਐਚ ਤੋਂ ਹੋ ਗਿਆ ਹਿਊਸਾਂਗ। ਹੁਣ ਤੁਹਾਨੂੰ ਪੇਪਰ 'ਚ ਕਨਫਿਊਜ਼ਨ ਹੋ ਜਾਣੀ ਆ ਕਿ ਫਾਹੀਨ ਕਦੋਂ ਆਇਆ ਸੀ ਤੇ ਹਿਊਸਾਂਗ ਕਦੋਂ ਆਇਆ ਸੀ। ਫਾਹੀਨ ਆਇਆ ਸੀ ਜੀ ਗੁਪਤ ਕਾਲ ਵਿੱਚ, ਚੰਦਰਗੁਪਤ ਦੂਜੇ ਦੇ ਸਮੇਂ, ਬੇਸਿਕਲੀ ਗੁਪਤ ਕਾਲ ਵਿੱਚ। ਤੇ ਹਿਊਸਾਂਗ ਆਇਆ ਸੀ ਜੀ ਤੁਹਾਡੇ ਹਰਸ਼ਵਰਧਨ ਦੇ ਟਾਈਮ। ਹੁਣ ਤੁਸੀਂ 2 ਤਰੀਕੇ ਜੀ ਮੈਂ ਆਪਣੇ ਕੋਲੋਂ ਬਣਾਏ ਸੀ। EFGH ਅਲਫਾਬੈਟਿਕਲੀ F ਪਹਿਲਾਂ ਆਉਂਦਾ ਆ ਤੇ ਫਾਹੀਨ ਪਹਿਲਾਂ ਆਇਆ ਸੀ ਗੁਪਤ ਟਾਈਮ ਵਿੱਚ। H ਬਾਅਦ ਵਿੱਚ ਆਉਂਦਾ ਆ, ਤਾਂ ਇਹ ਕੀ ਆ?
बाद ਵਿੱਚ ਆਇਆ ਸੀ ਹਰਸ਼ਵਰਧਨ ਦੇ ਟਾਈਮ। ਬਾਕੀ ਤੁਸੀਂ ਇਸ ਤਰ੍ਹਾਂ ਵੀ ਦੇਖ ਸਕਦੇ ਆ ਕਿ ਹਿਊਨ ਸਾਂਗ, ਐਚ ਤੋਂ ਹਿਊਨ ਸਾਂਗ, ਐਚ ਤੋਂ ਹਰਸ਼ਵਰਧਨ। ਠੀਕ, ਹਰਸ਼ਵਰਧਨ ਦੇ ਟਾਈਮ ਵਿੱਚ ਆਇਆ ਸੀ ਹਿਊਨ ਸਾਂਗ। ਹੁਣ ਤੁਹਾਨੂੰ ਕਨਫਿਊਜ਼ਨ ਨਹੀਂ ਹੋਏਗੀ। ਠੀਕ, ਇਹਨਾਂ ਸਾਹਿਤਕ ਸਰੋਤਾਂ ਤੋਂ ਇਲਾਵਾ ਮਹਿਰੌਲੀ ਲੋਹੇ ਦੇ ਥੰਮ ਦੇ ਸ਼ਿਲਾਲੇਖ ਅਤੇ ਇਲਾਹਾਬਾਦ ਥੰਮ ਦੇ ਸ਼ਿਲਾਲੇਖ ਵੀ ਕਾਫੀ ਜਾਣਕਾਰੀ ਦਿੰਦੇ ਹਨ। ਇਹ ਜੀ ਸਾਹਿਤਕ ਸਰੋਤ ਹੋ ਗਏ। ਇਸ ਤੋਂ ਇਲਾਵਾ ਜਿਹੜਾ ਨਾ ਪਿੱਲਰਸ ਆ, ਪਿੱਲਰ ਇੱਕ ਤਾਂ ਮਹਿਰੌਲੀ ਦੇ ਉੱਤੇ ਆ, ਮਹਿਰੌਲੀ 'ਚ ਆਪਣੇ ਇੱਥੇ ਕੁਤਬ ਮੀਨਾਰ ਲਾਗੇ, ਕੁਤਬ ਮੀਨਾਰ ਦੇ ਨਾਲ ਹੀ ਆ ਹੈ ਨਾ ਮਹਿਰੌਲੀ, ਅਤੇ ਉੱਥੇ ਇੱਕ ਪਿੱਲਰ ਆ ਲੋਹੇ ਦਾ ਥੰਮ ਆ। ਅਤੇ ਇਸ ਹਿਸਾਬ ਨਾਲ ਇਲਾਹਾਬਾਦ ਵਿੱਚ ਵੀ ਲੋਹੇ ਦਾ ਥੰਮ ਆ। ਉਹਨਾਂ ਉੱਤੇ ਕਾਫੀ ਕੁਛ ਲਿਖਿਆ ਆ, ਉਹਨਾਂ ਉੱਤੇ ਕਾਫੀ ਕੁਛ ਲਿਖਿਆ ਆ, ਤਾਂ ਉੱਥੋਂ ਵੀ ਸਾਨੂੰ ਕਾਫੀ ਜਾਣਕਾਰੀ ਮਿਲ ਜਾਂਦੀ ਆ ਗੁਪਤ ਰਾਜਿਆਂ ਬਾਰੇ, ਇਹਨਾਂ ਦੇ ਸਾਮਰਾਜ ਬਾਰੇ। ਪਹਿਲਾ ਕਿਹੜਾ, ਮਹਿਰੌਲੀ ਵਾਲਾ ਲੋਹੇ ਦਾ ਥੰਮ। ਇਹ ਚੰਦਰਗੁਪਤ ਪਹਿਲੇ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਾ ਹੈ। ਚੰਦਰਗੁਪਤ ਪਹਿਲਾਂ ਆਇਆ ਸੀ, ਸਮੁੰਦਰਗੁਪਤ ਬਾਅਦ 'ਚ। ਚੰਦਰਗੁਪਤ ਪਹਿਲੇ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਾ ਮਹਿਰੌਲੀ ਵਾਲਾ, ਤੇ ਇਲਾਹਾਬਾਦ ਵਾਲਾ ਦਿੰਦਾ ਆ ਸਮੁੰਦਰਗੁਪਤ ਦੀਆਂ ਪ੍ਰਾਪਤੀਆਂ ਦਾ ਹਵਾਲਾ। ਸਮੁੰਦਰਗੁਪਤ ਦੇ ਰਾਜ ਲਈ ਸਭ ਤੋਂ ਮਹੱਤਵਪੂਰਨ ਸਰੋਤ ਇਲਾਹਾਬਾਦ ਥੰਮ ਦਾ ਸ਼ਿਲਾਲੇਖ ਹੈ। ਇਲਾਹਾਬਾਦ ਪਿੱਲਰ ਆ ਜਿਹੜਾ, ਉਹਦੇ ਉੱਤੇ ਜੋ ਕੁਝ ਲਿਖਿਆ ਗਿਆ ਉਹ ਕਾਫੀ ਜਾਣਕਾਰੀ ਦਿੰਦਾ ਆ। ਇਹ ਬੇਸਿਕਲੀ ਨਾ ਮੈਟਲ ਵਗੈਰਾ ਦੇ ਇੱਦਾਂ ਮਿਸ਼ਰਿਤ ਧਾਤੂ ਦੇ ਬਣੇ ਹੋਏ ਪਿੱਲਰ ਆ, ਬਹੁਤ ਹਾਈ ਕੁਆਲਿਟੀ ਦੇ ਵਧੀਆ ਪਿੱਲਰ ਆ ਇਹ। ਇਹਨਾਂ ਨੂੰ ਜੰਗ ਜੁੰਗ ਨਹੀਂ ਲੱਗਾ ਹਾਲੇ ਤੱਕ ਵੀ, ਹਾਲੇ ਵੀ ਪ੍ਰਜ਼ਰਵ ਆ। ਇਹਨਾਂ ਉੱਤੇ ਨਾ ਲਿਖਿਆ ਗਿਆ ਆ। ਜਿਹੜਾ ਆਪਣਾ ਸਮੁੰਦਰਗੁਪਤ ਦਾ ਕੋਟ ਪੋਇਟ ਆ ਹਰੀ ਸੇਨ, ਉਹਨਾਂ ਆਪਣੇ ਰਾਜੇ ਲਈ, ਸਮੁੰਦਰਗੁਪਤ ਲਈ ਕਾਫੀ ਆਪਣੀ ਪ੍ਰਸ਼ੰਸਾ ਕਰਦੇ ਹੋਏ ਸ਼ਬਦ ਲਿਖੇ ਆ ਕਿ ਸਾਡਾ ਰਾਜਾ ਪੈਦਾ ਹੋਇਆ, ਉਹਨੇ ਕਿੱਥੇ ਕਿੱਥੇ ਜਿੱਤਾਂ ਪ੍ਰਾਪਤ ਕੀਤੀਆਂ, ਉਹ ਕਿੱਦਾਂ ਆਪਣਾ ਖੁਦ ਵੀ ਹੋ ਗਈ ਆ ਕਲਾ ਦਾ ਪ੍ਰੇਮੀ ਆ, ਬਹਾਦਰ ਵੀ ਆ। ਇਹ ਸਾਰੀਆਂ ਪ੍ਰਸ਼ੰਸਾ ਕੀਤੀਆਂ ਹਰੀ ਸੇਨ ਦਾ ਕੀ ਸੀ, ਕਵੀ ਸੀ। ਕਿਹੜੇ ਥੰਮ ਵਿੱਚ ਕਿਹੜੇ ਪਿੱਲਰ 'ਤੇ ਲਿਖੀਆਂ ਹੈ ਇਹ ਗੱਲਾਂ, ਇਲਾਹਾਬਾਦ ਦੇ ਪਿੱਲਰ 'ਤੇ। ਇਹ ਸਾਰੇ ਇੱਕ ਡੱਬਾ ਜਿਹਾ ਬਥਿਆ ਜੀ ਤੁਹਾਡੀ NCERT ਦੀ ਕਿਤਾਬ ਵਿੱਚ, ਅਤੇ NCERT ਦੀ ਕਿਤਾਬ ਦੇ ਬਾਕਸ ਵਗੈਰਾ, ਪਿਕਚਰ ਵਗੈਰਾ ਕਾਫੀ ਇੰਪੋਰਟੈਂਟ ਆ। ਉੱਥੇ ਇਲਾਹਾਬਾਦ ਪਿੱਲਰ ਦੀ ਸਪੈਸ਼ਲ ਫੋਟੋ ਦੇ ਕੇ ਗੱਲਾਂ ਲਿਖੀਆਂ। ਠੀਕ ਹੈ ਜੀ। ਇਹ ਉਸਦੀ ਸ਼ਖਸੀਅਤ ਅਤੇ ਪ੍ਰਾਪਤੀਆਂ ਦਾ ਵਰਣਨ ਕਰਦਾ ਹੈ। ਕਿਹੜਾ ਪਿੱਲਰ, ਇਲਾਹਾਬਾਦ ਵਾਲਾ, ਵੀ ਉਹਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਸੀ, ਉਹਨ ਕਿੰਨੀਆਂ ਜਿੱਤਾਂ ਪ੍ਰਾਪਤ ਕੀਤੀਆਂ। ਇਹ ਸ਼ਿਲਾਲੇਖ ਸਮਝਦੇ ਜੀ, ਜਿਹਦਾ ਪੱਥਰ 'ਤੇ ਜਾਂ ਕਿਸੇ ਹੋਰ ਹਾਰਡ ਸਰਫੇਸ 'ਤੇ ਕੁਛ ਲਿਖਿਆ ਹੋਣਾ। ਇਹ ਸ਼ਿਲਾਲੇਖ ਅਸ਼ੋਕ ਥੰਮ ਉੱਤੇ ਉਕਰਿਆ ਹੋਇਆ ਹੈ। ਬੇਸਿਕਲੀ ਇਹ ਅਸ਼ੋਕ ਦਾ ਥੰਮ ਆ, ਪਹਿਲਾਂ ਅਸ਼ੋਕ ਨੇ ਗੱਡਿਆ ਹੋਇਆ ਥੰਮ ਸੀ ਜੀ ਇੱਥੇ, ਤਾਂ ਉਹਦੇ ਉੱਤੇ ਹੀ ਫਿਰ ਬਾਅਦ ਵਿੱਚ ਹਰੀ ਸੇਨ ਨੇ ਆਪਣੇ ਰਾਜੇ ਦੀ ਗੱਲਾਂ ਲਿਖਤੀਆਂ। ਇਹ ਅਸ਼ੋਕ ਥੰਮ ਆ ਕਿਹੜਾ, ਇਲਾਹਾਬਾਦ ਵਾਲਾ। ਇਸ ਵਿੱਚ ਨਾਗਰੀ ਲਿਪੀ ਦੀ ਵਰਤੋਂ ਹੋਈ ਹੈ। ਦੇਖੋ ਸਾਡੀ ਜਿਹੜੀ ਲਿਪੀ ਪੰਜਾਬੀ ਆ ਹੈ ਨਾ, ਤਾਂ ਸਿੰਪਲ ਕਹਿ ਲਈਏ ਬ੍ਰਾਹਮੀ ਲਿਪੀ ਦੀਆਂ ਅੱਗੇ ਹੋਰ ਲਿਪੀਆਂ ਕਈ ਰੂਪ ਬਣੇ ਹੈ ਨਾ, ਅਤੇ ਉਹਨਾਂ ਵਿੱਚੋਂ ਇੱਕ ਲਿਪੀ ਆ ਨਾਗਰੀ। ਜਿਹੜੀ ਸਾਡੀ ਪੰਜਾਬੀ ਆ ਉਹ ਹੈਗੀ ਅਰਧ ਨਾਗਰੀ। ਠੀਕ, ਜਿਹੜੀ ਹਿੰਦੀ ਲਈ ਆ ਉਹ ਹੈਗੀ ਆ ਦੇਵਨਾਗਰੀ। ਇਸ ਹਿਸਾਬ ਨਾਲ ਲਿਪੀ ਆ ਨਾਗਰੀ ਲਿਪੀ ਦੀ ਵਰਤੋਂ ਹੋਈ ਆ ਇਲਾਹਾਬਾਦ ਪਿੱਲਰ ਦੇ ਉੱਤੇ ਲਿਖਣ ਲਈ। ਅਤੇ ਭਾਸ਼ਾ ਕਿਹੜੀ ਵਰਤੀ ਗਈ, ਕਲਾਸੀਕਲ ਸੰਸਕ੍ਰਿਤ। ਇੱਕ ਸੀ ਜੀ ਵੈਦਿਕ ਸੰਸਕ੍ਰਿਤ, ਜਿਸ ਵਿੱਚ ਵੇਦ ਲਿਖੇ ਗਏ। ਉਸ ਤੋਂ ਥੋੜ੍ਹੀ ਚੇਂਜਡ ਜਿਹੜੀ ਸੰਸਕ੍ਰਿਤ ਸੀ, ਥੋੜ੍ਹੀ ਬਦਲੀ ਹੋਈ ਰੂਪ ਸੀ ਸੰਸਕ੍ਰਿਤ ਦਾ, ਉਸ ਨੂੰ ਕਹਿੰਦੇ ਜੀ ਕਲਾਸੀਕਲ ਸੰਸਕ੍ਰਿਤ। ਠੀਕ, ਇਸ ਵਿੱਚ ਹਰੀ ਸੈਨਾ ਦੁਆਰਾ ਰਚਿਤ 33 ਲਾਈਨਾਂ ਹਨ। ਉਹਦਾ ਆਪਣਾ ਪੋਇਟ ਸੀ, ਕਵੀ ਸੀ ਹਰੀ ਸੈਨਾ, ਤਾਂ ਇਹ ਲਾਈਨਾਂ ਕਿਹਨੇ ਲਿਖੀਆਂ, ਹਰੀ ਸੈਨਾ ਨੇ। 33 ਲਾਈਨਾਂ, 33 ਤਾਂ ਭਾਵੇਂ ਤੁਹਾਨੂੰ ਨਾ ਪੁੱਛਿਆ ਜਾਵੇ, ਆਹ ਪੁੱਛ ਲੈਣਾ ਜੀ ਕਿਹੜਾ ਪੋਇਟ ਸੀ, ਉਹ ਸੀ ਹਰੀ ਸੈਨਾ। ਇਹ ਸਮੁੰਦਰਗੁਪਤ ਦੇ ਗੱਦੀ 'ਤੇ ਬੈਠਣ, ਅਤੇ ਗੱਡੀ ਨਹੀਂ ਗੱਦੀ ਆ, ਇਹ ਹੈ ਗੱਦੀ ਜੀ। ਗੱਦੀ 'ਤੇ ਬੈਠਣ ਵੇਲੇ ਦੀਆਂ ਸਥਿਤੀਆਂ, ਉਸ ਵੇਲੇ ਕੀ ਹਾਲਾਤ ਸੀ, ਉੱਤਰੀ ਭਾਰਤ ਅਤੇ ਦੱਖਣ ਵਿੱਚ ਉਸਦੀਆਂ ਫੌਜੀ ਮੁਹਿੰਮਾਂ, ਫੌਜ ਲੈ ਕੇ ਉੱਤਰ ਦੱਖਣ ਕਿੱਥੇ ਕਿੱਥੇ ਹੋ ਗਿਆ, ਅਤੇ ਹੋਰ ਸਮਕਾਲੀ ਸ਼ਾਸਕਾਂ ਨਾਲ ਉਸਦੇ ਸੰਬੰਧਾਂ, ਅਤੇ ਇੱਕ ਕਵੀ ਅਤੇ ਵਿਦਵਾਨ ਦੇ ਰੂਪ ਵਿੱਚ ਉਸਦੀਆਂ ਪ੍ਰਾਪਤੀਆਂ ਦਾ ਵਰਣਨ ਹੈ। ਆਹ ਸਾਰੀਆਂ ਗੱਲਾਂ ਲਿਖੀਆਂ। ਇਹ ਵੀ ਦੱਸਿਆ ਕਿ ਉਹ ਇੱਕ ਆਪਣੇ ਆਪ ਵਿੱਚ ਇੱਕ ਪੋਇਟ ਸੀ ਸਮੁੰਦਰਗੁਪਤ, ਅਤੇ ਵਿਦਵਾਨ ਵੀ ਸੀ, ਸਕੋਲਰ ਵੀ ਸੀ। ਇਹ ਸਾਰੀਆਂ ਗੱਲਾਂ ਲਿਖੀਆਂ ਜੀ ਹਰੀ ਸੇਨ ਨੇ। ਠੀਕ ਹੈ ਜੀ, ਇਹ ਤੁਸੀਂ ਨਾ ਦੇਖ ਲੈਣਾ, ਇਹਦਾ ਮੈਪ ਦੇਖ ਲੈਣਾ ਗੂਗਲ 'ਤੇ, ਇਲਾਹਾਬਾਦ
ਪਿੱਲਰ ਦਾ, ਮਹਿਰੌਲੀ ਪਿੱਲਰ ਦਾ। ਗੁਪਤਾ ਰਾਜੇ ਦੁਆਰਾ ਜਾਰੀ ਕੀਤੇ ਸਿੱਕਿਆਂ ਤੇ ਆਕ੍ਰਿਤੀਆਂ। ਸਿੱਕਿਆਂ ਤੇ ਜਿਹੜੀਆਂ ਆਕ੍ਰਿਤੀਆਂ ਪਾਈਆਂ ਗਈਆਂ ਸਨ, ਉੱਥੋਂ ਕਿਹੜੀਆਂ ਕਿਹੜੀਆਂ ਫਿਗਰਸ ਬਣੀਆਂ ਆ, ਕਿਤੇ ਰਾਜੇ ਦੀ ਫੋਟੋ ਆ, ਕਿਤੇ ਰਾਜਾ ਵੀਣਾ ਵਜਾ ਰਿਹਾ ਆ, ਇਸ ਤਰ੍ਹਾਂ ਦੀਆਂ ਫੋਟੋ ਹੈ ਸਿੱਕਿਆਂ ਦੇ ਉੱਤੇ। ਅਤੇ ਦੰਤ ਕਥਾਵਾਂ ਦੇ ਦ੍ਰਿਸ਼ ਹੁੰਦੇ ਸਨ ਉਸ ਸਮੇਂ। ਜਿਹੜੀਆਂ ਦੰਤ ਕਥਾਵਾਂ ਮੈਂ ਪਿਛਲੇ ਲੈਕਚਰ 'ਚ ਦੱਸਿਆ, ਦੰਤ ਕਥਾਵਾਂ ਕੀ ਹੁੰਦੀਆਂ, ਜਿਹੜੀਆਂ ਮੇਨ ਅਸਲੀ ਕਥਾਵਾਂ ਆ, ਹਿਸਟਰੀ 'ਚੋਂ ਲਈਆਂ ਗਈਆਂ ਕਹਾਣੀਆਂ ਆ, ਉਹਨਾਂ ਵਿੱਚ ਜਦੋਂ ਇਤਿਹਾਸ ਐਡ ਕਰ ਦਿਓ ਤੁਸੀਂ, ਉਹਨੂੰ ਕਹਿੰਦੇ ਦੰਤ ਕਥਾਵਾਂ। ਠੀਕ, ਤੇ ਇਹਨਾਂ ਦੇ ਦ੍ਰਿਸ਼ ਹੁੰਦੇ ਸੀ ਸਿੱਕਿਆਂ ਤੇ। ਇੱਥੋਂ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਮਿਲਦੀ ਆ ਕਿ ਉਸ ਤਰ੍ਹਾਂ ਉਸ ਸਮੇਂ ਦੀ ਲਾਈਫ ਕਿਸ ਤਰ੍ਹਾਂ ਹੋਏਗੀ। ਇਹ ਸਿੱਕੇ ਗੁਪਤ ਰਾਜਿਆਂ ਦੁਆਰਾ ਕੀਤੇ ਗਏ ਬਲੀਦਾਨਾਂ ਅਤੇ ਉਹਨਾਂ ਦੇ ਨਾਮਾਂ ਦੇ ਬਾਰੇ ਦਿਲਚਸਪ ਵੇਰਵੇ ਪ੍ਰਦਾਨ ਕਰਦੇ ਹਨ। ਦੇਖੋ, ਗੁਪਤਾ ਨੇ ਵੀ ਅਸ਼ਵਮੇਧ ਯੱਗ ਕਰਵਾਏ ਸੀ। ਅਸ਼ਵਮੇਧ ਯੱਗ, ਹੋਰ ਯੱਗ ਵਗੈਰਾ ਜਿਹੜੇ ਹੁੰਦੇ ਸੀ, ਸੈਕਰੀਫਾਈਸਸ ਦਿੱਤੇ ਜਾਂਦੇ ਸੀ, ਬਲੀਦਾਨ ਦਿੱਤੇ ਜਾਂਦੇ ਸੀ। ਤੇ ਉਹਨਾਂ ਨੇ ਫਿਰ ਜਿਹੜੇ ਬਲੀਦਾਨ ਦਿੱਤੇ ਉਹਨਾਂ ਬਾਰੇ ਵੀ ਪਤਾ ਲੱਗਦਾ ਸੀ ਵੀ ਕਿ ਕਿਸ ਹਿਸਾਬ ਦੇ ਯੱਗ ਕਰਵਾ ਕੇ ਬਲੀਦਾਨ ਦਿੱਤੇ ਜਾਂਦੇ ਸੀ। ਤੇ ਉਹਨਾਂ ਦੇ ਆਪਣੇ ਨਾਮ ਜਿੱਦਾਂ ਵਿਸ਼ਵ ਵਿਜੇਤਾ, ਆਪਣੇ ਨਾਮ ਦੇ ਅੱਗੇ ਸਰਨੇਮ ਲਾਏ ਹੁੰਦੇ ਸੀ ਵੱਡੇ ਵੱਡੇ, ਉਹਨਾਂ ਬਾਰੇ ਵੀ ਦਿਲਚਸਪ ਜਾਣਕਾਰੀ ਮਿਲਦੀ ਹੈ ਇਹਨਾਂ ਸਿੱਕਿਆਂ ਤੋਂ। ਸਿੱਕਿਆਂ ਤੇ ਲਿਖਿਆ ਹੁੰਦਾ ਸੀ ਨਾ, ਇਸ ਤਰ੍ਹਾਂ ਦੇ ਸਰਨੇਮ ਲਿਖੇ ਹੁੰਦੇ ਸੀ ਨਾਵਾਂ ਦੇ ਅੱਗੇ। ਤੇ ਜਿਸ ਤਰ੍ਹਾਂ ਆਪਾਂ ਕਹਿ ਦਈਏ ਰੀਸਟੋਰਰ ਆਫ ਅਸ਼ਵਮੇਧ ਯੱਗ ਨੂੰ ਦੁਬਾਰਾ ਲੈ ਕੇ ਆਉਣ ਵਾਲਾ, ਤੇ ਨਾਲ ਫੋਟੋ ਦਿੱਤੀ ਹੁੰਦੀ ਹੈ ਸਮੁੰਦਰ ਗੁਪਤ ਦੀ ਜਾਂ ਕਿਸੇ ਹੋਰ ਦੀ। ਇਹਦਾ ਮਤਲਬ ਸਮੁੰਦਰ ਗੁਪਤ ਕੀ ਆ, ਅਸ਼ਵਮੇਧ ਯੱਗ ਨੂੰ ਦੁਬਾਰਾ ਲੈ ਕੇ ਆਇਆ। ਹੁੰਦਾ ਕੀ ਸੀ ਨਾ ਕਿ ਇਹ ਜਿਸ ਤਰ੍ਹਾਂ ਮੰਨ ਲਓ ਕਿ ਇੱਕ ਧਰਮ ਵਾਲੇ ਜਦੋਂ ਰਾਜਾ ਬਣ ਜਾਂਦੇ ਸੀ ਤਾਂ ਉਹ ਆਪਣੇ ਧਰਮ ਦੀਆਂ ਕਿਰਿਆ ਕਰਮ ਲੈ ਆਉਂਦੇ ਸੀ। ਤੇ ਪਹਿਲਾਂ ਪੁਸ਼ਯਮਿੱਤਰ ਸੁੰਗ ਨੇ ਇਸ ਤਰ੍ਹਾਂ ਬ੍ਰਾਹਮਣਿਕਲ ਰਿਚੁਅਲਸ ਨੂੰ ਰਿਵਾਈਵ ਕੀਤਾ, ਫਿਰ ਬਾਅਦ ਵਿੱਚ ਗੁਪਤਾਸ ਨੇ। ਇਸ ਤੋਂ ਪਹਿਲਾਂ ਜਿਹੜੇ ਆਪਣੇ ਕਨਿਸ਼ਕ ਵਗੈਰਾ ਸੀ, ਕੁਸ਼ਾਨ ਸਾਮਰਾਜ ਵਾਲੇ, ਉਹ ਕੀ ਸੀਗੇ, ਉਹ ਬੋਧੀ ਸੀ। ਉਹਨਾਂ ਨੇ ਬੁੱਧ ਧਰਮ ਦਾ ਪ੍ਰਚਾਰ ਕੀਤਾ। ਇਸ ਹਿਸਾਬ ਨਾਲ ਰਾਜੇ ਦੇ ਜਿਹੜੇ ਆਪਣੇ ਧਰਮ ਹੁੰਦਾ ਰਾਜੇ ਦਾ, ਉਹ ਉਸ ਧਰਮ ਦੀ ਕਿਰਿਆ ਨੂੰ ਐਡ ਕਰ ਲੈਂਦਾ। ਤੇ ਗੁਪਤਾ ਨੇ ਵੀ ਇਹੀ ਕੀਤਾ। ਤੇ ਇਹਨਾਂ ਨੂੰ ਰੀਸਟੋਰਰ ਆਫ ਅਸ਼ਵਮੇਧ ਵੀ ਇਸ ਤਰ੍ਹਾਂ ਲਿਖਿਆ ਆ ਜੀ, ਇਹਨਾਂ ਬਾਰੇ ਗੱਲ ਕਹਿ ਕੇ, ਰੀਸਟੋਰਰ ਆਫ ਅਸ਼ਵਮੇਧ ਨੂੰ ਦੁਬਾਰਾ ਲੈ ਕੇ ਆਉਣ ਵਾਲਾ। ਤੇ ਉੱਤੇ ਫੋਟੋ ਵਸੀ ਹੁੰਦੀ ਸੀ ਇਹਨਾਂ ਦੀ ਰਾਜੇ ਦੀ। ਤੇ ਇਸ ਤਰ੍ਹਾਂ ਦੇ ਸਿੱਕੇ ਮਿਲੇ ਆ। ਤਾਂ ਇਹਨਾਂ ਤੋਂ ਫਿਰ ਕੀ ਆ ਪਤਾ ਲੱਗਦਾ ਵੀ ਉਸ ਸਮੇਂ ਉਹਨਾਂ ਨੇ ਕਿਹੜੇ ਕਿਹੜੇ ਬਲੀਦਾਨ ਦਿੱਤੇ, ਉਹਨਾਂ ਦੇ ਨਾਮ ਸਰਨੇਮ ਕੀ ਸੀ, ਇਹ ਸਾਰੀ ਜਾਣਕਾਰੀ ਮਿਲਦੀ ਸਿੱਕਿਆਂ ਤੋਂ। ਇਹ ਵੀ ਪ੍ਰਸ਼ਨ ਆਇਆ ਹੋਇਆ UPSC ਮੇਨਸ ਵਿੱਚ ਕਿ ਗੁਪਤ ਕਾਲ ਦੇ ਸਿੱਕੇ ਬਹੁਤ ਵਧੀਆ ਜਾਣਕਾਰੀ ਦਿੰਦੇ ਆ ਉਸ ਸਮੇਂ ਦੀ। ਫਿਰ ਤੁਸੀਂ ਆਹ ਗੱਲਾਂ ਲਿਖ ਦੇਣੀਆਂ, ਆਕ੍ਰਿਤੀਆਂ, ਦੰਤ ਕਥਾਵਾਂ, ਇਹ ਸਾਰੀਆਂ ਉੱਤੇ ਪੱਤੀਆਂ। ਠੀਕ, ਹੁਣ ਆਪਾਂ ਗੱਲ ਕਰਦੇ ਜੀ ਚੰਦਰਗੁਪਤ ਪਹਿਲੇ ਦੀ। ਚੰਦਰਗੁਪਤ ਪਹਿਲਾ, ਇਹ ਇਹਨਾਂ ਦਾ ਮੇਨ ਰਾਜਾ ਹੋਇਆ, ਸਭ ਤੋਂ ਪਹਿਲਾ ਜਿਹੜਾ ਇੰਪੋਰਟੈਂਟ ਰਾਜਾ ਸੀ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਇਹ ਗੁਪਤਾ ਦਾ ਮੋਢੀ ਸੀ। ਗੁਪਤ ਖਾਨਦਾਨ ਦਾ ਮੋਢੀ ਸ਼੍ਰੀ ਗੁਪਤ ਸੀ, ਮਤਲਬ ਚੰਦਰਗੁਪਤ ਨਹੀਂ ਸੀ, ਸ਼੍ਰੀ ਗੁਪਤ ਸੀ। ਉਸ ਤੋਂ ਬਾਅਦ ਘਟੋਤਕਚ ਹੋਇਆ। ਠੀਕ ਹੈ ਜੀ, ਘਟੋਤਕਚ। ਇਹਨਾਂ ਦੋਵਾਂ ਨੂੰ ਮਹਾਰਾਜਾ ਕਿਹਾ ਜਾਂਦਾ ਸੀ। ਠੀਕ ਹੈ ਜੀ, ਮਤਲਬ ਸਿੰਪਲ ਮਹਾਰਾਜਾ ਕਿਹਾ ਜਾਂਦਾ ਸੀ। ਮਹਾਰਾਜਾ ਅਧਿਰਾਜ ਜਾਂ ਵੱਡੇ ਵੱਡੇ ਟਾਈਟਲ ਨਹੀਂ ਸੀ ਹਲੇ ਲੱਗੇ ਇਹਨਾਂ ਦੇ ਅੱਗੇ। ਅੱਛਾ ਜੀ, ਇਹਨਾਂ ਦੇ ਰਾਜ ਬਾਰੇ ਬਹੁਤੀ ਜਾਣਕਾਰੀ ਉਪਲਬਧ ਨਹੀਂ ਹੈ। ਪਹਿਲੇ ਦੋਵਾਂ ਬਾਰੇ ਕੁਝ ਜ਼ਿਆਦਾ ਨਹੀਂ ਪਤਾ। ਅਗਲਾ ਸ਼ਾਸਕ ਚੰਦਰਗੁਪਤ ਪਹਿਲਾ ਸੀ ਅਤੇ ਉਸਨੂੰ ਮਹਾਰਾਜਾ ਅਧਿਰਾਜ, ਰਾਜਿਆਂ ਦਾ ਮਹਾਰਾਜਾ, ਰਾਜਿਆਂ ਦਾ ਮਹਾਨ ਰਾਜਾ ਕਿਹਾ ਜਾਂਦਾ ਸੀ। ਮਹਾਰਾਜਾ ਅਧਿਰਾਜ ਰਾਜਿਆਂ ਦਾ ਮਹਾਨ ਰਾਜਾ ਕਿਹਾ ਜਾਂਦਾ ਸੀ। ਇਹ ਸਿਰਲੇਖ ਉਸ ਦੀਆਂ ਵਿਆਪਕ ਜਿੱਤਾਂ ਨੂੰ ਦਰਸਾਉਂਦਾ ਹੈ। ਉਸਨੇ ਕਾਫੀ ਜਿੱਤਾਂ ਪ੍ਰਾਪਤ ਕੀਤੀਆਂ, ਆਪਣਾ ਰਾਜ ਕਾਫੀ ਵੱਡਾ ਕਰ ਲਿਆ, ਇਸ ਕਰਕੇ ਉਸਨੂੰ ਕਿਹਾ ਗਿਆ ਰਾਜਿਆਂ ਦਾ ਮਹਾਨ ਰਾਜਾ, ਮਹਾਰਾਜਾ ਅਧਿਰਾਜ। ਉਸਨੇ ਲਿਛਵੀ ਦੇ ਨਾਲ, ਲਿਛਵੀ ਜਿਹੜੇ ਰਾਜੇ ਸੀ ਉੱਥੋਂ ਦੇ ਸੀ ਨੇਪਾਲ ਸਾਈਡ ਦੇ, ਉਹਨਾਂ ਦੇ ਨਾਲ ਮੈਟਰੀਮੋਨੀਅਲ ਮਤਲਬ ਵਿਆਹ ਸ਼ਾਦੀ ਕਰਕੇ, ਵਿਆਹ ਵਗੈਰਾ ਕਰਕੇ ਗੱਠਜੋੜ ਕਰ ਲਿਆ ਤੇ ਇਸ ਦੁਆਰਾ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ। ਵਿੱਚ ਜ਼ਰੂਰੀ ਨਹੀਂ ਕਿ ਸਾਰਿਆਂ ਨਾਲ ਲੜਾਈਆਂ ਹੀ ਲੜਨੀਆਂ, ਕਈਆਂ ਨਾਲ ਵਿਆਹ ਵਗੈਰਾ ਕਰਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਲਿਆ ਇਸਨੇ, ਖਾਸ ਤੌਰ ਤੇ ਨੇਪਾਲ ਦੇ ਲਿਛਵੀ। ਉਸਨੇ ਉਸ ਪਰਿਵਾਰ ਦੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਵਿਆਹ ਕਰਵਾ ਲਿਆ। ਠੀਕ, ਕੁਮਾਰ ਦੇਵੀ ਨਾਲ। ਇਹ ਪ੍ਰਸ਼ਨ ਆ ਸਕਦਾ ਉਹ ਕਿਹੜਾ ਗੁਪਤ ਰਾਜਾ ਸੀ, ਗੁਪਤਾ ਦਾ ਰਾਜਾ ਸੀ ਜਿਸਨੇ ਲਿਛਵੀ ਜਿਹੜੇ ਰਾਜੇ ਸੀ ਉਹਨਾਂ ਦੇ ਨਾਲ ਮੈਟਰੀਮੋਨੀਅਲ ਵਿਆਹਿਕ ਸੰਬੰਧ ਬਣਾਏ ਤੇ ਉਹਨਾਂ ਦੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਵਿਆਹ ਕਰਵਾ ਲਿਆ ਸੀ। ਉਹ ਸੀ ਜੀ
ਚੰਦਰਗੁਪਤ I। ਠੀਕ ਹੈ ਜੀ। ਇਸ ਨੇ ਗੁਪਤਾ ਪਰਿਵਾਰ ਦੀ ਸ਼ਕਤੀ ਅਤੇ ਵਕਾਰ ਵਿੱਚ ਕਾਫੀ ਵਾਧਾ ਕੀਤਾ, ਕਿਉਂਕਿ ਰਿਲੇਸ਼ਨ ਬਣ ਗਏ, ਰਾਜ ਹੋਰ ਅੱਗੇ ਤੱਕ ਫੈਲ ਲਿਆ। ਮਹਿਰੌਲੀ ਲੋਹੇ ਦੇ ਥੰਮ ਦੇ ਸ਼ਿਲਾਲੇਖ ਹਨਾ, ਜਿਹੜਾ ਮਹਿਰੌਲੀ ਵਾਲਾ ਥੰਮ ਆ, ਪਿੱਲਰ ਆ, ਉਸ ਦੇ ਉੱਤੇ ਲਿਖੇ ਗਏ ਜਿਹੜੇ ਹੈਗੇ ਸ਼ਿਲਾਲੇਖ ਵਗੈਰਾ ਅੱਖਰ ਲਿਖੇ ਗਏ, ਇਹਨਾਂ ਵਿੱਚ ਉਹਨਾਂ ਦੀਆਂ ਵਿਸ਼ਾਲ ਜਿੱਤਾਂ ਦਾ ਜ਼ਿਕਰ ਹੈ ਵੀ ਚੰਦਰਗੁਪਤ ਮੌਰਿਆ ਨੇ ਕਿੱਥੇ ਕਿੱਥੇ ਜਿੱਤ ਪ੍ਰਾਪਤ ਕੀਤੀ। ਤਾਂ ਮਹਿਰੌਲੀ ਵਾਲਾ ਪਿੱਲਰ ਕਿੰਨਾ ਸੰਬੰਧਿਤ ਆ? ਚੰਦਰਗੁਪਤ I ਨਾਲ। ਇਲਾਹਾਬਾਦ ਵਾਲਾ ਪਿੱਲਰ ਥੰਮ ਕਿਸ ਨਾਲ ਸੰਬੰਧਿਤ ਆ? ਸਮੁੰਦਰਗੁਪਤ ਨਾਲ। ਠੀਕ ਹੈ ਜੀ। ਚੰਦਰਗੁਪਤ ਪਹਿਲੇ ਨੂੰ ਗੁਪਤ ਯੁੱਗ ਦਾ ਮੋਢੀ ਮੰਨਿਆ ਜਾਂਦਾ ਹੈ ਵੀ ਬੇਸਿਕਲੀ ਸਾਮਰਾਜ ਦੀ ਸ਼ੁਰੂਆਤ ਇਸ ਤੋਂ ਹੋਈ ਹੈ, ਜੋ 320 ਈਸਵੀ ਵਿੱਚ ਉਸ ਦੇ ਰਾਜਗੱਦੀ ਨਾਲ ਸ਼ੁਰੂ ਹੁੰਦੀ ਹੈ। ਠੀਕ ਹੈ ਜੀ। ਪਰ ਇਹ ਪਹਿਲਾ ਨਹੀਂ ਸੀ, ਅਸੀਂ ਪੜ੍ਹਿਆ ਇਹ ਪਹਿਲਾ ਨਹੀਂ ਸੀ। ਇਸ ਤਰ੍ਹਾਂ ਦੇ ਪ੍ਰਸ਼ਨ ਵੀ ਆ ਜਾਂਦੇ ਆ ਕਿ ਚੰਦਰਗੁਪਤ ਪਹਿਲਾ ਗੁਪਤ ਵੰਸ਼ ਦਾ ਪਹਿਲਾ ਰਾਜਾ ਸੀ। ਨਹੀਂ, ਉਹ ਕੌਣ ਸੀ? ਪੜ੍ਹੋ ਕੀ ਸੀ ਉਹ ਸੀ ਸ਼੍ਰੀ ਗੁਪਤ। ਉਸ ਤੋਂ ਬਾਅਦ ਘਟੋਤਕਚ ਹੋਇਆ। ਠੀਕ ਹੈ ਜੀ। ਅੱਗੇ ਗੱਲ ਆਉਂਦੀ ਜੀ ਸਮੁੰਦਰਗੁਪਤ ਦੀ। ਸਮੁੰਦਰਗੁਪਤ ਬਾਰੇ ਪੜ੍ਹ ਲੈਂਦੇ ਹਾਂ। ਸਮੁੰਦਰਗੁਪਤ ਗੁਪਤ ਵੰਸ਼ ਦੇ ਸ਼ਾਸਕਾਂ ਵਿੱਚੋਂ ਸਭ ਤੋਂ ਮਹਾਨ ਸ਼ਾਸਕ ਸੀ। ਸਭ ਤੋਂ ਮਹਾਨ ਕਿਹੜਾ ਸੀ? ਸਮੁੰਦਰਗੁਪਤ। ਠੀਕ ਹੈ ਜੀ। 330 ਈਸਵੀ ਤੋਂ 380 ਈਸਵੀ। ਠੀਕ। ਤੇ ਇਸ ਤੋਂ ਪਹਿਲਾਂ ਚੰਦਰਗੁਪਤ, ਇਹਦਾ ਮਤਲਬ 34 ਈਸਵੀ ਵਿੱਚ ਇਹਨਾਂ ਦਾ ਕਾਫੀ ਪ੍ਰਭਾਵ ਸੀ, ਕਾਫੀ ਇਹਨਾਂ ਦੇ ਅੰਡਰ ਰਾਜ ਸੀ। 34 ਈਸਵੀ ਦੀ ਗੱਲ ਹੋ ਰਹੀ ਆ। ਇਲਾਹਾਬਾਦ ਥੰਮ ਦਾ ਸ਼ਿਲਾਲੇਖ ਉਸ ਦੇ ਰਾਜ ਦੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ। ਇਲਾਹਾਬਾਦ ਵਾਲਾ ਸ਼ਿਲਾਲੇਖ ਦੱਸਦਾ ਵੀ ਹਾਂ ਵੀ ਉਹਦੇ ਅੰਤਰਗਤ ਕਿੰਨਾ ਕਿੰਨਾ ਖੇਤਰ ਆਉਂਦਾ ਸੀ, ਉਹਨ ਕਿਹੜੀਆਂ ਕਿਹੜੀਆਂ ਜਿੱਤਾਂ ਪ੍ਰਾਪਤ ਕੀਤੀਆਂ, ਇਹ ਸਾਰੀ ਜਾਣਕਾਰੀ ਦਿੰਦਾ ਇਲਾਹਾਬਾਦ ਪਿੱਲਰ। ਇਲਾਹਾਬਾਦ ਪਿੱਲਰ ਬੇਸਿਕਲੀ ਕਿਹਦਾ ਆ? ਅਸ਼ੋਕ ਦਾ। ਪਰ ਉਸ ਤੋਂ ਬਾਅਦ ਲਿਖਿਆ ਗਿਆ ਉਹਦੇ ਉੱਤੇ ਸਮੁੰਦਰਗੁਪਤ ਬਾਰੇ ਵੀ ਲਿਖਿਆ ਗਿਆ ਉਸ ਦੇ ਉੱਤੇ। ਸਮੁੰਦਰਗੁਪਤ ਦੀ ਦੱਖਣੀ ਭਾਰਤ ਵਿੱਚ ਜਿਹੜੀ ਨੀਤੀ ਸੀ ਉਹ ਥੋੜੀ ਵੱਖਰੀ ਸੀ। ਸਾਊਥ ਇੰਡੀਆ ਵਿੱਚ ਉਸ ਦੀ ਨੀਤੀ ਵੱਖਰੀ ਸੀ। ਉਸਨੇ ਸਾਊਥ ਇੰਡੀਆ ਵਿੱਚ ਅਟੈਕ ਤਾਂ ਕੀਤਾ, ਪਰ ਉਹਨਾਂ ਨੂੰ ਤਬਾਹ ਨਹੀਂ ਕੀਤਾ, ਉਹਨਾਂ ਨੂੰ ਆਪਣੇ ਰਾਜ ਨਾਲ ਮਿਲਾਇਆ ਨਹੀਂ। ਇਹ ਕਹਿਤਾ ਕਿ ਤੁਸੀਂ ਮੇਰੇ ਅਧੀਨ ਰਹੋ। ਇਹ ਪ੍ਰਸ਼ਨ ਆ ਜਾਂਦਾ ਕਿ ਉਸਨੇ ਸਾਊਥ ਵਿੱਚ ਜਾ ਕੇ ਸਾਰਿਆਂ ਨੂੰ ਆਪਣੇ ਨਾਲ ਮਿਲਾ ਲਿਆ? ਨਹੀਂ, ਦੱਖਣ ਵਿੱਚ ਉਸਨੇ ਜਾ ਕੇ ਸਾਰਿਆਂ ਨੂੰ ਆਪਣੇ ਨਾਲ ਨਹੀਂ ਮਿਲਾਇਆ ਸੀ। ਉਸਨੇ ਉਹਨਾਂ ਰਾਜਾਂ ਨੂੰ ਤਬਾਹ ਨਹੀਂ ਕੀਤਾ ਅਤੇ ਉਹਨਾਂ ਨੂੰ ਆਪਣੇ ਨਾਲ ਜੋੜਿਆ ਵੀ ਨਹੀਂ ਸੀ। ਇਸ ਦੀ ਬਜਾਏ ਉਸਨੇ ਸ਼ਾਸਕਾਂ ਨੂੰ ਹਰਾਇਆ, ਪਰ ਉਹਨਾਂ ਨੂੰ ਉਹਨਾਂ ਦੇ ਰਾਜ ਵਾਪਸ ਦੇ ਦਿੱਤੇ। ਉਸਨੇ ਸਿਰਫ ਉਹਨਾਂ ਤੇ ਜ਼ੋਰ ਦਿੱਤਾ ਕਿ ਉਹ ਉਸਦੀ ਅਧਿਕਾਰਤਾ ਨੂੰ ਸਵੀਕਾਰ ਕਰਨ ਵੀ ਤੁਸੀਂ ਮੈਨੂੰ ਰਾਜਾ ਮੰਨ ਲਓ, ਠੀਕ, ਮੇਰੇ ਅਧਿਕਾਰ ਦੇ ਅੰਦਰ ਰਹੋ, ਪਰ ਇਹ ਜ਼ਰੂਰੀ ਨਹੀਂ ਕਿ ਮੈਂ ਤੁਹਾਡਾ ਰਾਜ ਲੈ ਲੈਣਾ, ਪਰ ਤੁਸੀਂ ਮੇਰੀ ਅਧੀਨਤਾ ਮੰਨ ਲਓ ਬਸ। ਬਾਕੀ ਟੈਕਸਟ ਟੁਕਸ ਲੈਂਦਾ ਹੋਏਗਾ ਇਹਨਾਂ ਕੋਲ, ਪਰ ਇਹ ਹੈ ਕਿ ਉਸਨੇ ਉਹਨਾਂ ਦੇ ਰਾਜ ਵਾਪਸ ਕਰ ਦਿੱਤੇ ਸੀ। ਇਹਨਾਂ ਫੌਜੀ ਜਿੱਤਾਂ ਤੋਂ ਬਾਅਦ ਸਮੁੰਦਰਗੁਪਤ ਨੇ ਅਸ਼ਵਮੇਧ ਬਲੀਦਾਨ ਕੀਤਾ। ਅਸ਼ਵਮੇਧ ਯੱਗ, ਹੁਣ ਤੁਹਾਨੂੰ ਪਤਾ ਕੀ ਹੁੰਦਾ ਇਹ ਵੀ ਘੋੜਾ ਦੌੜਾਇਆ ਜਾਂਦਾ ਤੇ ਘੋੜੇ ਨੂੰ ਜਿਹੜਾ ਰਾਜਾ ਰੋਕੇਗਾ ਇਹਦਾ ਮਤਲਬ ਉਹ ਅਧੀਨਤਾ ਸਵੀਕਾਰ ਨਹੀਂ ਕਰਦਾ। ਤਾਂ ਜਿੱਥੋਂ ਜਿੱਥੇ ਘੋੜਾ ਲੰਘਦਾ ਸੀ ਤਾਂ ਜਿਹੜਾ ਰਾਜਾ ਉਹਦੀ ਅਧੀਨਤਾ ਸਵੀਕਾਰ ਕਰ ਲੈਂਦਾ ਸੀ ਰਾਜੇ ਦੀ, ਉਹ ਫਿਰ ਘੋੜੇ ਨੂੰ ਲੰਘਣ ਦਿੰਦਾ ਸੀ ਵੀ ਹਾਂ ਵੀ ਇਹਦਾ ਮਤਲਬ ਆਹ ਏਰੀਆ ਰਾਜੇ ਦੇ ਅਧੀਨ ਹੋਇਆ। ਤਾਂ ਬਾਅਦ ਵਿੱਚ ਉਸ ਘੋੜੇ ਦੀ ਬਲੀ ਦੇ ਦਿੱਤੀ ਜਾਂਦੀ ਸੀ, ਅਸ਼ਵਮੇਧ ਬਲੀਦਾਨ। ਉਸਨੇ ਅਸ਼ਵਮੇਧ ਨੂੰ ਦੁਬਾਰਾ ਲਿਆਉਣ ਵਾਲੇ ਲਿਖਤ ਵਾਲੇ ਸੋਨੇ ਅਤੇ ਚਾਂਦੀ ਦੇ ਸਿੱਕੇ ਜਾਰੀ ਕੀਤੇ। ਸੋਨੇ ਚਾਂਦੀ ਦੇ ਅਜਿਹੇ ਸਿੱਕੇ ਜਾਰੀ ਕੀਤੇ ਜਿੱਥੇ ਲਿਖਿਆ ਜਾਂਦਾ ਸੀ ਰੀਸਟੋਰਰ ਆਫ ਦਾ ਅਸ਼ਵਮੇਧ, ਮਤਲਬ ਅਸ਼ਵਮੇਧ ਨੂੰ ਦੁਬਾਰਾ ਲੈ ਕੇ ਆਉਣ ਵਾਲਾ ਕੌਣ ਸੀ? ਸਮੁੰਦਰਗੁਪਤ। ਅਸ਼ਵਮੇਧ ਨੂੰ ਦੁਬਾਰਾ ਲੈ ਕੇ ਆਉਣ ਵਾਲਾ, ਇਸ ਤਰ੍ਹਾਂ ਦੀ ਲਿਖਤ। ਤੇ ਇਹ ਪ੍ਰਸ਼ਨ ਆ ਸਕਦਾ ਰੀਸਟੋਰਰ ਆਫ ਅਸ਼ਵਮੇਧ, ਇਹ ਕੌਣ ਸੀ ਜੀ? ਇਹ ਕੌਣ ਸੀ? ਸਮੁੰਦਰਗੁਪਤ। ਆਪਣੀਆਂ ਫੌਜੀਆਂ ਜਿੱਤਾਂ ਸਦਕਾ ਉਸ ਨੂੰ ਭਾਰਤੀ ਨੈਪੋਲੀਅਨ ਵੀ ਕਿਹਾ ਜਾਂਦਾ ਹੈ। ਇਹ ਪ੍ਰਸ਼ਨ ਆ ਜਾਣਾ ਕਿ ਭਾਰਤੀ ਨੈਪੋਲੀਅਨ ਕਿਸ ਨੂੰ ਕਹਿੰਦੇ ਆ? ਹੁਣ ਤੁਹਾਨੂੰ ਪਤਾ ਕਿ ਫਰਾਂਸ ਦਾ ਇੱਕ ਜਰਨੈਲ ਹੋਇਆ ਆ ਨੈਪੋਲੀਅਨ, ਉਹਨੂੰ ਯੂਰੋਪ ਦੇ ਕਾਫੀ ਹਿੱਸੇ ਤੇ ਕਬਜ਼ਾ ਕਰ ਲਿਆ ਸੀ। ਤੇ ਇਸ ਹਿਸਾਬ ਨਾਲ ਭਾਰਤ ਦਾ ਨੈਪੋਲੀਅਨ ਕਿਸ ਨੂੰ ਕਹਿੰਦੇ ਆ? ਵਿਦਵਾਨ ਕਹਿੰਦੇ ਜੀ, ਵਿਦਵਾਨ ਨੇ ਨਾਮ ਦਿੱਤੇ ਆ, ਉਹ ਕਹਿੰਦੇ ਜੀ ਸਮੁੰਦਰਗੁਪਤ ਨੂੰ, ਕਿਉਂਕਿ ਉਸਨੇ ਕਾਫੀ ਵੱਡੇ ਖੇਤਰ ਤੇ ਜਿੱਤਾਂ ਪ੍ਰਾਪਤ ਕਰ ਲਈਆਂ ਸੀ। ਠੀਕ ਹੈ ਜੀ। ਅੱਜ ਲਈ ਇੰਨਾ ਹੀ ਰੱਖਦੇ ਹਾਂ ਜੀ, ਬਾਕੀ ਨੈਕਸਟ ਕਲਾਸ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।